ਹੁਣ ਸਿੰਘ ਜੀ ਉਸ ਆਪਣੇ ਹਿੰਦੂ ਸੱਜਣ ਦੇ ਕੀਤੇ ਹੋਏ ਸਵਾਲਾਂ ਦਾ ਸਿੱਧਾ ਸਿੱਧਾ ਜਵਾਬ ਦੇਣ ਲੱਗੇ। ਕਹਿਣ ਲੱਗੇ, ਪਹਿਲੀ ਗੱਲ, ਜੇ ਤੁਸੀਂ ਸਿੱਖਾਂ ਨੂੰ ਹਿੰਦੂਆਂ ਵਿੱਚੋਂ ਨਿਕਲਣ ਕਾਰਨ ਹਿੰਦੂ ਮੰਨਦੇ ਹੋ ਤਾਂ ਫਿਰ ਇਹ ਦੱਸੋ ਕਿ ਈਸਾਈ ਜੋ ਯਹੂਦੀਆਂ ਵਿੱਚੋਂ ਨਿਕਲੇ, ਮੁਸਲਮਾਨ ਜੋ ਕੁਰੈਸ਼ੀ ਈਸਾਈਆਂ ਵਿੱਚੋਂ ਤੇ ਯਹੂਦੀਆਂ ਵਿੱਚੋਂ ਨਿਕਲੇ, ਤੁਸੀਂ ਉਹਨਾਂ ਨੂੰ ਯਹੂਦੀ ਨਹੀਂ ਕਹਿੰਦੇ, ਤੇ ਜੇ ਆਖੋਗੇ ਤਾਂ ਦੁਨੀਆ ਵਿੱਚ ਮੂਰਖ ਸਮਝੇ ਜਾਓਗੇ। ਔਰ ਈਸਾਈ ਜਾਂ ਮੁਸਲਮਾਨ ਆਪਣੇ ਆਪ ਨੂੰ ਕਦੇ ਵੀ ਯਹੂਦੀ ਨਹੀਂ ਅਖਵਾਉਂਦੇ। ਖਾਸ ਕਰਕੇ ਇੱਕ ਗੱਲ ਹੋਰ ਦੱਸੋ, ਜਿਤਨੇ ਹਿੰਦੁਸਤਾਨੀ ਹਿੰਦੂਆਂ ਵਿੱਚੋਂ ਨਿਕਲ ਕੇ ਈਸਾਈ ਜਾਂ ਮੁਸਲਮਾਨ ਬਣੇ, ਤੁਸੀਂ ਉਹਨਾਂ ਨੂੰ ਵੀ ਹਿੰਦੂ ਕਿਉਂ ਨਹੀਂ ਸਮਝਦੇ? ਦੂਸਰੀ ਗੱਲ, ਜੇ ਕਿਤੇ ਇਹ ਖਿਆਲ ਕਰਕੇ ਕਿ ਸਿੱਖਾਂ ਤੇ ਹਿੰਦੂਆਂ ਦਾ ਆਮ ਕਰਕੇ ਖਾਣ ਪੀਣ ਇੱਕ ਜੈਸਾ ਹੈ, ਜੇ ਇਸ ਕਰਕੇ ਸਿੱਖਾਂ ਨੂੰ ਹਿੰਦੂ ਮੰਨਦੇ ਹੋ ਤਾਂ ਯਹੂਦੀ, ਈਸਾਈ, ਮੁਸਲਮਾਨ, ਬੋਧੀ ਤੇ ਪਾਰਸੀ ਆਦਿਕ ਲੋਕਾਂ ਦਾ ਖਾਣ ਪਾਣ ਵੀ ਇਕੱਠਾ ਹੁੰਦਾ ਹੈ। ਕਿ ਸਿਰਫ ਇੰਨੇ ਕਰਕੇ ਕਿ ਜੇ ਕਿਸੇ ਥਾਂ ਤੇ ਯਹੂਦੀ, ਈਸਾਈ, ਮੁਸਲਮਾਨ, ਬੋਧੀ ਜਾਂ ਪਾਰਸੀ ਰਲ ਕੇ ਰੋਟੀ ਖਾ ਰਹੇ ਹੋਣ ਤਾਂ ਕਿ ਸਿਰਫ ਇੰਨਾ ਕਹਿਣ ਨਾਲ ਉਹ ਸਾਰੇ ਆਪੋ ਆਪਣੇ ਧਰਮਾਂ ਤੋਂ ਪਤਿਤ ਹੋ ਜਾਣਗੇ? ਔਰ ਇਸ ਵਿਸ਼ੇ ਪਰ ਜੋ ਸਾਡੇ ਧਰਮ ਪੁਸਤਕਾਂ ਦੀ ਰਾਏ ਹੈ ਉਹ ਵੀ ਤੁਹਾਨੂੰ ਧਿਆਨ ਨਾਲ ਸੁਣ ਲੈਣੀ ਚਾਹੀਦੀ ਹੈ, ਜਿਸ ਤੋਂ ਤੁਸੀਂ ਸਮਝ ਲਓਗੇ ਕਿ ਸਿੱਖਾਂ ਤੇ ਹਿੰਦੂਆਂ ਦੇ ਖਾਣ ਪਾਣ ਵਿੱਚ ਕੀ ਭੇਦ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬਚਨ ਨੇ ਮੋਨੇ ਕਰ ਆਹਾਰ ਨਹਿ ਖਾਣਾ, ਭਾਵੇਂ ਸਿੱਖਾਂ ਵਿੱਚ ਕੋਈ ਛੂਤ ਛਾਤ ਦਾ ਵਹਿਮ ਨਹੀਂ, ਪਰ ਪਵਿੱਤਰਤਾ ਦਾ ਜ਼ਰੂਰ ਖਿਆਲ ਰੱਖਦੇ ਨੇ। ਇਸ ਲਈ ਕਿਸੇ ਗੈਰ ਧਰਮੀ ਦੇ ਹੱਥੋਂ ਖਾਣ ਤੋਂ ਗੁਰੇਜ਼ ਕਰਦੇ ਨੇ। ਕਿਉਂ? ਕਿਉਂਕਿ ਹੋ ਸਕਦਾ ਕਿ ਕੋਈ ਹੋਰ ਗੈਰ ਧਰਮੀ ਕਿਸੇ ਵੇਲੇ ਤੰਬਾਕੂ ਆਦਿ ਵਰਤ ਕੇ ਹੀ ਉਹਨਾਂ ਹੱਥਾਂ ਨਾਲ ਹੀ ਖਾਣਾ ਵਰਤਾ ਰਿਹਾ ਹੋਵੇ। ਫੇਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਫੇਰ ਵੀ ਲਿਖਿਆ ਨੇ, ਜਾਤ ਪਾਤ ਕੋ ਭੇਦ ਨਾ ਕੋਈ, ਚਾਰ ਵਰਨ ਅਚਵੇਂ ਇੱਕ ਹੋਈ। ਭਾਵ ਹਿੰਦੂ ਸਮਾਜ ਵਿੱਚ ਤਾਂ ਜਾਤ ਪਾਤ ਦੇ ਭੇਦ ਹੋਣ ਕਰਕੇ ਉੱਚੀ ਜਾਤ ਵਾਲੇ ਲੋਕ ਨੀਵੀਂ ਜਾਤ ਵਾਲਿਆਂ ਨਾਲ ਰਲ ਕੇ ਰੋਟੀ ਨਹੀਂ ਖਾਂਦੇ, ਪਰ ਸਿੱਖਾਂ ਵਿੱਚ ਤਾਂ ਇਹ ਕੋਈ ਭਿੰਨ ਭੇਦ ਜਾਂ ਫਰਕ ਹੈ ਹੀ ਨਹੀਂ। ਇੱਕ ਗੱਲ ਹੋਰ ਵੀ, ਜੇ ਹਿੰਦੂਆਂ ਨਾਲ ਰਿਸ਼ਤੇਦਾਰੀ ਹੋਣ ਕਰਕੇ ਸਿੱਖਾਂ ਨੂੰ ਹਿੰਦੂ ਕਹਿੰਦੇ ਹੋ ਤਾਂ ਯਹੂਦੀ, ਈਸਾਈ, ਬੋਧੀ ਭਾਵੇਂ ਜਾਪਾਨੀ ਜਾਂ ਚੀਨੀ, ਇਹਨਾਂ ਸਾਰਿਆਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਹੁੰਦੀਆਂ ਨੇ। ਕੀ ਇਹ ਸਿਰਫ ਰਿਸ਼ਤੇਦਾਰੀ ਹੋਣ ਕਰਕੇ ਆਪੋ ਆਪਣੇ ਧਰਮ ਤੋਂ ਪਤਿਤ ਹੋ ਜਾਂਦੇ ਨੇ ਜਾਂ ਫਿਰ ਉਸ ਧਰਮ ਦਾ ਅੰਗ ਨਹੀਂ ਰਹਿ ਜਾਂਦੇ? ਭਾਵ ਜੇ ਕੋਈ ਈਸਾਈ, ਜੇ ਉਸ ਦੀ ਰਿਸ਼ਤੇਦਾਰੀ ਯਹੂਦੀਆਂ ਨਾਲ ਹੋਵੇ ਤਾਂ ਕੀ ਉਹ ਈਸਾਈ ਨਹੀਂ ਰਹੇਗਾ? ਜੇ ਇਹ ਗੱਲ ਮੰਨ ਲਈ ਜਾਏ ਤਾਂ ਨਿਹਾਇਤ ਮੂਰਖਤਾ ਵਾਲੀ ਗੱਲ ਹੋਵੇਗੀ। ਇਤਿਹਾਸ ਤੋਂ ਪੜ੍ਹ ਕੇ ਵੇਖੋ, ਕਿਸੇ ਵੇਲੇ ਮੁਗਲਿਆ ਖਾਨਦਾਨ ਦੇ ਨਾਲ ਹਿੰਦੂਆਂ ਦੇ ਸਾਕ ਨਾਤੇ ਰਿਸ਼ਤੇ ਹੁੰਦੇ ਸਨ। ਔਰ ਇਹ ਗੱਲ ਵੀ ਬੜੀ ਪ੍ਰਸਿੱਧ ਹੈ ਕਿ ਨੌਸ਼ੇਰਵਾਂ ਨੇ ਕ੍ਰਿਸਚੀਅਨ ਬਾਦਸ਼ਾਹ ਦੀ ਬੇਟੀ ਮਾਰਿਸ ਨਾਲ ਵਿਆਹ ਕੀਤਾ। ਉਸ ਤੋਂ ਪੈਦਾ ਹੋਈ ਬੇਟੀ ਹਿੰਦੂ ਰਾਜਾ ਉਦੈਪੁਰ ਦੇ ਰਾਜੇ ਨੂੰ ਵਿਆਹੀ ਗਈ। ਫਿਰ ਬਾਬਲ ਦੇ ਬਾਦਸ਼ਾਹ ਸਲਿਊਕਸ ਦੀ ਪੁੱਤਰੀ ਦਾ ਰਾਜਾ ਚੰਦਰਗੁਪਤ ਨਾਲ ਵਿਆਹ ਹੋਇਆ। ਤੇ ਫਿਰ ਹੜਿੰਬਾ ਜਾਂ ਉਲੂਪੀ, ਇਹ ਇਸਤਰੀਆਂ ਜਿਨ੍ਹਾਂ ਦਾ ਸੰਬੰਧ ਭਾਰਤ ਦੇ ਸ਼੍ਰੋਮਣੀ ਪੁਰਸ਼ਾਂ ਨਾਲ ਹੋਇਆ, ਇਹ ਹਿੰਦਵਾਣੀਆਂ ਨਹੀਂ ਸਨ। ਫਿਰ ਵੈਸੇ ਵੀ ਇੱਕ ਗੱਲ ਹੋਰ ਸੁਣੋ,
ਹਿੰਦੂ ਆਦਿਕਾਂ ਨਾਲ ਸੰਬੰਧ ਕਰਨ ਬਾਬਤ ਜੋ ਸਿੱਖਾਂ ਦੀ ਰਾਏ ਹੈ, ਸਿੱਖ ਧਰਮ ਦੀ ਜੋ ਆਗਿਆ ਹੈ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਰਾਇਤਨਾਮਾ ਭਾਈ ਚਾਪਾ ਸਿੰਘ ਜੀ ਵਿੱਚ ਲਿਖਿਆ ਹੈ, ਨਾਤਾ ਗੁਰੂ ਕੇ ਸਿੱਖ ਨਾਲ ਕਰੇ। ਫਿਰ ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ਸਪਸ਼ਟ ਵਰਣਨ ਕੀਤਾ, ਕੰਨਿਆ ਕੋ ਮਾਰੇ ਮੋਨੇ ਕੋ ਕੰਨਿਆ ਦੇਵੇ ਸੋ ਤਨਖਾਈਆ। ਸਿੱਖ ਕੋ ਸਿੱਖ ਪੁੱਤਰੀ ਦਈ ਸੁਧਾ ਸੁਧਾ ਮਿਲ ਜਾਏ, ਦਈ ਭਾਦਨੀ ਕੋ ਸੁਤਾ ਇਹ ਮੁਖ ਅਮੀ ਚੁਆਏ। ਪ੍ਰੇਮ ਸੁਮਾਰਗ ਦੇ ਬਚਨ ਨੇ। ਕੰਨਿਆ ਜਬ ਵਰ ਪ੍ਰਾਪਤ ਹੋਵੇ, ਭਾਵ ਜਦੋਂ ਵਿਆਹਣ ਯੋਗ ਹੋਵੇ, ਤਬ ਸੰਜੋਗ ਕਰੇ। ਛੋਟੀ ਬਾਲਕੀ ਦਾ ਸੰਜੋਗ ਨਾ ਕਰੇ, ਔਰ ਸੰਜੋਗ ਐਸੀ ਕੁਲ ਵਿਖੇ ਕਰੇ ਜਿੱਥੇ ਸਿੱਖੀ ਅਕਾਲ ਪੁਰਖ ਵਾਹਿਗੁਰੂ ਦੀ ਹੋਵੇ। ਇੱਕ ਗੱਲ ਹੋਰ, ਜੇ ਹਿੰਦੁਸਤਾਨ ਵਿੱਚ ਰਹਿਣ ਕਰਕੇ ਸਿੱਖਾਂ ਨੂੰ ਹਿੰਦੂ ਸਮਝਦੇ ਹੋ, ਤਾਂ ਫਿਰ ਤਾਂ ਤੁਸੀਂ ਈਸਾਈਆਂ ਤੇ ਮੁਸਲਮਾਨਾਂ ਨੂੰ ਵੀ ਹਿੰਦੂ ਜਾਣਦੇ ਹੋਵੋਗੇ। ਹਾਂ, ਜੇ ਇੱਕ ਦੇਸ਼ ਦੇ ਰਹਿਣ ਵਾਲੇ ਹੋਣ ਕਰਕੇ ਤੁਸੀਂ ਉਹਨਾਂ ਨੂੰ ਇੰਡੀਅਨ ਜਾਂ ਹਿੰਦੁਸਤਾਨੀ ਆਖਦੇ ਹੋ, ਤਾਂ ਇਸ ਗੱਲ ਵਿੱਚ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਹਿੰਦੁਸਤਾਨ ਵਿੱਚ ਰਹਿਣ ਵਾਲੇ ਨੂੰ ਹਿੰਦੁਸਤਾਨੀ ਹੀ ਆਖਿਆ ਜਾਏਗਾ, ਜਾਂ ਇੰਡੀਆ ਵਿੱਚ ਰਹਿਣ ਵਾਲੇ ਨੂੰ ਇੰਡੀਅਨ ਹੀ ਆਖਿਆ ਜਾਏਗਾ। ਇੱਕ ਗੱਲ ਹੋਰ, ਜੋ ਤੁਸੀਂ ਕਹਿੰਦੇ ਹੋ ਕਿ ਹਿੰਦੂ ਲਫ਼ਜ਼ ਦੇ ਅਰਥ ਬੜੇ ਉੱਤਮ ਨੇ, ਤੁਸੀਂ ਇਹਨੂੰ ਫਾਰਸੀ ਦਾ ਲਫ਼ਜ਼ ਸਮਝ ਕੇ ਨਫ਼ਰਤ ਨਹੀਂ ਕਰਨੀ, ਪਰ ਧਿਆਨ ਨਾਲ ਸੁਣੋ। ਸਿੱਖ ਧਰਮ ਅਨੁਸਾਰ ਕੋਈ ਭਾਸ਼ਾ ਦੇਵਬਾਣੀ ਨਹੀਂ ਤੇ ਕੋਈ ਮਲੇਛ ਭਾਸ਼ਾ ਨਹੀਂ। ਕੇਵਲ ਵਿਦੇਸ਼ੀ ਬੋਲੀ ਹੋਣ ਕਰਕੇ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ। ਜੇ ਤੁਹਾਡੇ ਨਿਸ਼ਚੇ ਮੁਤਾਬਕ ਹਿੰਦੂ ਲਫ਼ਜ਼ ਦੇ ਅਰਥ ਬੜੇ ਉੱਚੇ ਨੇ, ਤੇ ਭਾਈ ਤੁਹਾਨੂੰ ਮੁਬਾਰਕ ਹੋਣ। ਅਸੀਂ ਕਦੋਂ ਕਹਿੰਦੇ ਵੀ ਹਿੰਦੂ ਲਫ਼ਜ਼ ਬੁਰਾ ਹੈ? ਕਿਉਂਕਿ ਕਿਸੇ ਵੀ ਮਤ ਦਾ ਭਾਵੇਂ ਜਿਹੋ ਜਿਹਾ ਮਰਜ਼ੀ ਨਾ ਹੋਵੇ, ਕਿਸੇ ਦੂਜੇ ਨੂੰ ਇਸ ਗੱਲ ਵਿੱਚ ਕੀ ਇਤਰਾਜ਼ ਹੈ? ਜਿਵੇਂ ਜੋਗੀਆਂ ਦੇ 12 ਫਿਰਕਿਆਂ ਵਿੱਚੋਂ ਇੱਕ ਫਿਰਕਾ, ਇੱਕ ਪੰਥ, ਜਿਸ ਦਾ ਨਾਮ ਹੀ ਪਾਗਲ ਪੰਥ ਹੈ। ਹੁਣ ਜੇ ਅਸੀਂ ਉਹਨਾਂ ਨੂੰ ਸਮਝਾਉਣ ਜਾਈਏ ਵੀ ਤੁਸੀਂ ਆਪਣੇ ਆਪ ਨੂੰ ਪਾਗਲਪੰਥੀ ਨਾ ਅਖਵਾਓ, ਤਾਂ ਫਿਰ ਤਾਂ ਭਾਈ ਇਹ ਸਾਡੀ ਮੂਰਖਤਾ ਹੋਵੇਗੀ। ਵੈਸੇ ਵੀ ਧਿਆਨ ਨਾਲ ਸਮਝ ਲਿਆ ਜਾਏ, ਸਾਲ 1920 ਵਿੱਚ ਕਾਸ਼ੀ ਭਾਵ ਬਨਾਰਸ ਦੇ ਨਿਵਾਸੀ 45 ਪੰਡਤਾਂ ਨੇ ਇੱਕ ਜ਼ੁਬਾਨ ਹੋ ਕੇ ਇਹ ਰਾਏ ਦਿੱਤੀ। ਲਫ਼ਜ਼ ਸਨ, ਹਿੰਦੂ ਯਵਨ ਸੰਕੇਤ ਪਦ ਹੈ, ਜਿਸ ਕਰਕੇ ਹਿੰਦੂ ਅਖਵਾਉਣਾ ਸਰਵਥਾ ਅਨੁਚਿਤ ਹੈ। ਭਾਵ ਹਿੰਦੂ ਲਫ਼ਜ਼ ਹਰ ਹਾਲ ਮੁਸਲਮਾਨਾਂ ਦੀ ਦੇਣ ਹੈ, ਜਿਹੜਾ ਉਹਨਾਂ ਨੇ ਹਿੰਦੁਸਤਾਨ ਵਿੱਚ ਵਸਣ ਵਾਲੇ ਲੋਕਾਂ ਦੇ ਪ੍ਰਤੀ ਨਫ਼ਰਤ ਲਈ ਉਚਾਰਨ ਕੀਤਾ। ਇਸ ਲਈ ਹਿੰਦੂ ਅਖਵਾਉਣਾ ਸਦਾ ਹੀ ਮਾੜਾ ਹੈ। ਇਸੇ ਲਈ ਅੱਜ ਤਾਈਂ ਭਾਰਤ ਉਧਾਰਕ ਆਦਿ ਰਸਾਲਿਆਂ ਵਿੱਚ ਇਹ ਹੀ ਲਿਖਿਆ ਜਾਂਦਾ ਰਿਹਾ ਕਿ ਹਿੰਦੂ ਨਾਮ ਤੇ ਮਲੇਛਾਂ ਦਾ ਭਾਵ ਮੁਸਲਮਾਨਾਂ ਦਾ ਰੱਖਿਆ ਹੋਇਆ। ਇਸ ਲਈ ਆਰੀਆ ਲੋਕਾਂ ਨੂੰ ਕਦੇ ਹਿੰਦੂ ਨਹੀਂ ਕਹਾਉਣਾ ਚਾਹੀਦਾ, ਤੇ ਨਾ ਹੀ ਆਰੀਆ ਵਰਤ ਨੂੰ ਹਿੰਦੁਸਤਾਨ ਅਖਵਾਉਣਾ ਚਾਹੀਦਾ ਹੈ। ਵੈਸੇ ਵੀ ਹੈਰਾਨੀ ਦੀ ਗੱਲ ਇਹ ਆ ਕਿ ਜੇ ਤੁਸੀਂ ਮਿਹਰਬਾਨੀ ਕਰਕੇ ਵੇਦਾਂ, 6 ਸ਼ਾਸਤਰਾਂ, ਸਿਮਰਤੀਆਂ ਜਾਂ ਰਾਮਾਇਣ ਜਾਂ ਮਹਾਭਾਰਤ ਵਿੱਚੋਂ ਲੱਭ ਕੇ ਦਿਓਗੇ ਕਿ ਹਿੰਦੂ ਲਫ਼ਜ਼ ਕਿੱਥੇ ਵਰਤਿਆ ਗਿਆ? ਕਿਤੇ ਵੀ ਨਹੀਂ। ਕਿਉਂਕਿ ਇਹ ਹਿੰਦੂ ਲਫ਼ਜ਼ ਲਿਆਂਦਾ ਹੀ ਮੁਗਲਾਂ ਨੇ, ਮੁਸਲਮਾਨਾਂ ਨੇ ਸੀ, ਜਿਹੜੇ ਭਾਰਤੀਆਂ ਨੂੰ ਨਫ਼ਰਤ ਵਜੋਂ ਕਹਿੰਦੇ ਸਨ। ਕਿਉਂਕਿ ਹਿੰਦੂ ਦਾ ਅਰਥ ਉਹਨਾਂ ਦੇ ਮੁਤਾਬਕ, ਹਿੰਦੂ ਮੈਨੇ ਕਾਲਾ, ਕਾਲਾ ਦਾ ਮਤਲਬ ਚੋਰ ਹੁੰਦਾ ਹੈ। ਇਸੇ ਲਈ ਉਹ ਹਿੰਦੁਸਤਾਨੀਆਂ ਨੂੰ ਕਾਲਾ ਜਾਂ ਚੋਰ ਆਖ ਕੇ ਬੁਲਾਉਂਦੇ ਸਨ। ਪਰ ਹੁਣ ਇਹ ਬੜੀ ਹੈਰਾਨੀ ਦੀ ਗੱਲ ਹੈ,
ਬਹੁਤ ਵਾਰ ਤੁਸੀਂ ਆਪਣੀ ਇਸ ਗਲਤ ਗੱਲ ਨੂੰ ਵੀ ਠੀਕ ਸਾਬਤ ਕਰਨ ਲਈ ਆਖਦੇ ਹੋ, ਦੇਖੋ ਜੀ ਇਹ ਤਾਂ ਫਲਾਣੇ ਪੁਰਾਣ ਵਿੱਚ ਲਿਖਿਆ ਹੋਇਆ, ਤਾਂ ਧਿਆਨ ਨਾਲ ਸੁਣਨਾ। ਭਾਈ ਅਸਾਂ ਇਹੋ ਜਿਹੇ ਸੈਂਕੜੇ ਪੰਡਤ ਵੇਖੇ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਪੂਜਾ ਦਾ ਲਾਲਚ ਦਈਏ, ਭੇਟਾ ਦਾ ਲਾਲਚ ਦਈਏ, ਤਾਂ ਉਹਨਾਂ ਕੋਲੋਂ ਜਿਹੜੀ ਮਰਜ਼ੀ ਗੱਲ ਤੁਸੀਂ ਅਖਵਾਉਣੀ ਚਾਹੋ ਉਹ ਬਾਕਾਇਦਾ ਤੁਹਾਨੂੰ ਹਿੰਦੂ ਗ੍ਰੰਥਾਂ ਦਾ ਹਵਾਲਾ ਦੇ ਕੇ ਤੁਹਾਡੇ ਹੱਕ ਦੀ ਗੱਲ ਲਿਖ ਦੇਣਗੇ। ਇਸ ਮੁਤਾਬਕ ਆ ਇੱਕ ਪ੍ਰਸ਼ਨ ਉੱਤਰ ਸੁਣੋ। ਪ੍ਰਸ਼ਨ ਹੈ, ਪੰਡਤ ਜੀ ਕੀ ਤੁਸੀਂ ਕ੍ਰਿਸਚੀਅਨ ਔਰ ਮੁਸਲਮਾਨਾਂ ਨੂੰ ਵੀ ਕਿਸੇ ਪ੍ਰਮਾਣ ਨਾਲ ਹਿੰਦੂ ਸਿੱਧ ਕਰ ਸਕਦੇ ਹੋ? ਪੰਡਤ ਜੀ ਦਾ ਜਵਾਬ ਸੀ, ਹਾਂ, ਦਕਸ਼ਨਾ ਲਿਆਓ, ਹੁਣੇ ਸਿੱਧ ਕਰ ਦਿੰਦੇ ਆ। ਪੁੱਛਣ ਵਾਲੇ ਨੇ ਫਿਰ ਆਖਿਆ, ਜੀ कैसे करोगे? पंडित जी का जवाब सी, अरे भाई क्रिश्चियन दरअसल लफ्ज था क्रिस्तान और मुसलमान ये तो शुद्ध ब्राह्मण थे। असल में बात यूं है कि यादवों के दो पुरोहित थे, एक भगवान कृष्ण को मानने वाले थे, इसीलिए उसका नाम कृष्ण मान्य था, और दूसरे का नाम दूसरा कृष्ण के भाई मुसली बलभद्र को माना करता था, इसीलिए उसका नाम मुसलिमाने था। क्रिस्तान और मुसलमान ये उन दोनों पुरोहित लोगों की संतान हैं। क्योंकि लोगों को संस्कृत का शुद्ध उच्चारण नहीं समझ में आता, इसलिए कृष्ण माने के स्थान पर क्रिस्तान या क्रिश्चियन और मुस्लिम माने की स्थान पे मुसलमान कहने लगे। अब लाओ हमारी दक्षिणा, मैं अभी आपको ये लिख के देता हूं कि मुस्लिम और क्रिश्चियन ये तो पक्के पुरोहित ब्राह्मण थे, इसलिए ऐसी बातों से अरे हिंदू भाई, हमें आपका ये हिंदू लफ्ज का संस्कृत में से होना भी ऐसा ही मालूम पड़ता है। हुण फिर हिंदू सज्जन होर आखन लगे, देखो सिख भाई, श्री गुरु गोविंद सिंह साहब जी ने अपनी कविता में उग्रदंती छक्का 1 में खालसा पंथ को हिंदू कथन किया। जैसे उग्रदंती पहले छक्का में लिखा, सगल धर्म में खालसा पंथ गाजै, जगह धर्म हिंदू सगल दुंद भाजै। तो मेरे प्रिय खालसा जी, सिख तो हिंदुओं का एक पंथ है, जैसे बैरागी हैं, सन्यासी हैं, ये कौम नहीं, ये पंथ है। दरअसल कौम और पंथ का अर्थ समझे बिना आप ऐसे ही शोर मचाते फिर रहे हो। अरे भाई, कौम तो वो होती है जिसकी बहुत बड़ी गिनती हो, आप तो केवल लाखों में हो। उन्हां दी ये गल सुन के सिख जी ने जवाब दिता, मेरे प्यारे हिंदू भाई, जो तुसी वर्णन करते हो उग्रदंती छक्का पहला, सब तो पहला ध्यान नाल सुन लवो, ये बचन श्री गुरु गोबिंद सिंह साहिब जी दे लिखे हुए नहीं हन, बल्कि ये तां दुर्गा दे भगत भाई सुखा सिंह, जिन्हां ने सुखा सिंह नाम रखा के पटना साहिब विखे ग्रंथी वजों भी सेवा करते रहे, ये तो उसदे लिखे हुए ने। पर जे हालां भी तुहाडा पक्का निश्चय है कि ये छक्के जां छंद 10वें गुरु की रचना है, तां फिर ध्यान नाल इसे छक्के दा अगला हिस्सा सुनो, जो तुसां उच्चारण कीता, सगल जगत में खालसा पंथ गाजै, जगह धर्म हिंदू सगल दुंद भाजै। ये भाई सुखा सिंह दा लिखिया होया है, लाइन नंबर 3940। हुण इस दी लाइन नंबर
17 ਤੋਂ ਲੈ ਕੇ 20 ਤੱਕ ਪੜ੍ਹੋ। ਲਿਖਦੇ ਨੇ, ਮੜੀ ਗੋਰ ਦੇਵਲ ਮਸੀਤਾਂ ਗਿਰਾਇੰ, ਤੁਹੀਂ ਏਕ ਅਕਾਲ ਹਰ ਹਰ ਜਪਾਇੰ, ਮਿਟੇ ਵੇਦ ਸ਼ਾਸਤਰ 18 ਪੁਰਾਨਾ, ਮਿਟੇ ਬਾਂਗ ਸਲਵਾਤ ਸੁन्नत ਕੁਰਾਨਾ। ਫਿਰ ਉਸੇ ਦੀ 39 ਤੇ 40 ਨੰਬਰ ਲਾਈਨ ਪੜ੍ਹੋ। ਆਖਦੇ ਨੇ, ਸਗਲ ਜਗਤ ਮੈਂ ਖਾਲਸਾ ਪੰਥ ਗਾਜੈ, ਜਗੈ ਧਰਮ ਹਿੰਦੂ ਸਗਲ ਦੁੰਦ ਭਾਜੈ। ਫਿਰ ਵੈਸੇ ਹੁਣ ਕਿਰਪਾ ਕਰਕੇ ਸਾਨੂੰ ਦੱਸੋ ਕਿ ਦੇਵਤਿਆਂ ਦੇ ਮੰਦਰ, ਵੇਦ ਸ਼ਾਸਤਰ ਜਾਂ ਪੁਰਾਣਾਂ ਦਾ ਮਲੀਆ ਮੇਟ ਕਰਕੇ ਉਹ ਕਿਹੜਾ ਹਿੰਦੂ ਧਰਮ ਹੈ ਜਿਸ ਦੇ ਫੈਲਾਉਣ ਲਈ ਤੁਸੀਂ ਇਹਨਾਂ ਛੱਕਿਆਂ ਦੇ ਰਾਹੀਂ ਵਰਣਨ ਕਰ ਰਹੇ ਹੋ। ਜੇ ਤੁਸੀਂ ਦੁੰਦ ਲਫ਼ਜ਼ ਦਾ ਅਰਥ ਵੀ ਨਹੀਂ ਜਾਣਦੇ ਤਾਂ ਇਸ ਦਾ ਕੀ ਭਾਵ ਹੈ? ਭਾਈ, ਇਸ ਦਾ ਅਰਥ ਹੈ ਕਿ ਹਿੰਦੂ, ਮੁਸਲਮਾਨ ਆਦਿਕ ਕੋਈ ਵੀ ਪੰਥ ਸੰਸਾਰ ਪਰ ਨਾ ਰਹੇ, ਕੇਵਲ ਖਾਲਸਾ ਹੀ ਰਹਿ ਜਾਏ। ਫਿਰ ਤੁਸੀਂ ਜੋ ਲਿਖਿਆ ਕਿ ਸਿੱਖ ਪੰਥ ਹੈ ਕੌਮ ਨਹੀਂ, ਤਾਂ ਫਿਰ ਧਿਆਨ ਨਾਲ ਵੇਖੋ। ਇਸੇ ਕਵਿਤਾ ਦੇ ਕੁਝ ਹੋਰ ਬੰਦ ਕਿਵੇਂ ਤੁਹਾਡੇ ਛੱਕੇ ਛੁਡਾਉਂਦੇ ਨੇ। ਭਾਈ ਸੁੱਖਾ ਸਿੰਘ ਨੇ ਲਿਖਿਆ ਉਸੇ ਕਵਿਤਾ ਵਿੱਚ, ਦੋਹੂ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ। ਇਹ ਉਸੇ ਛੱਕੇ ਪੰਜਵੇਂ ਦੇ 13 ਤੇ 14 ਨੰਬਰ ਲਾਈਨਾਂ ਨੇ। ਕਰੋ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੈ ਸਿੰਘ ਜੋਧੇ ਧਰੈ ਨੀਲ ਭੇਸਾ। ਤਾਂ ਫਿਰ ਪ੍ਰੇਮੀਓ, ਹੁਣ ਹਿੰਦੂ ਤੇ ਮੁਸਲਮਾਨਾਂ ਨੂੰ ਵੀ ਇਹ ਪੰਥ ਹੀ ਕਹਿੰਦੇ ਨੇ, ਕੌਮ ਨਹੀਂ ਕਹਿੰਦੇ। ਫਿਰ ਇੱਕ ਗੱਲ ਹੋਰ ਦੱਸੋ, ਇਹ ਲਫ਼ਜ਼ ਕੌਮ ਵੀ ਕਿਤੇ ਤੁਹਾਡੇ ਕਹਿਣ ਮੁਤਾਬਕ ਸੰਸਕ੍ਰਿਤ ਦਾ ਲਫ਼ਜ਼ ਤਾਂ ਨਹੀਂ? ਨਾਲੇ ਇਹ ਗੱਲ ਵੀ ਜ਼ਰੂਰ ਦੱਸਿਆ ਜਾਏ ਵੀ ਕਿੰਨੀ ਗਿਣਤੀ ਹੋ ਜਾਣ ਤੇ ਕੋਈ ਮਤ ਕੌਮ ਕਹਾਉਣ ਯੋਗ ਹੋ ਜਾਂਦਾ ਹੈ। ਤੇ ਈਸਾਈ ਜਾਂ ਮੁਸਲਮਾਨ ਜਦੋਂ ਉਹਨਾਂ ਦੀ ਕਿੰਨੀ ਮਰਦਨਸ਼ੁਮਾਰੀ ਹੋਈ ਸੀ ਜਦੋਂ ਕੌਮ ਅਖਵਾਉਣ ਲੱਗੇ ਸਨ। ਇਸ ਪਰ ਬੜੇ ਦੁਖੀ ਹੋ ਕੇ ਹਿੰਦੂ ਸੱਜਣ ਇੱਕ ਹੋਰ ਗੱਲ ਕਰਨ ਲੱਗੇ। ਅਰੇ ਸਿੱਖ ਭਾਈ, ਸ੍ਰੀ ਗੁਰੂ ਤੇਗ बहादुर साहब जी ने तो 9वें गुरु ने ब्राह्मणों के लिए अपना शीश कुर्बान कर दिया, अभी आप अपने को हिंदू नहीं समझते? सिख दा जवाब देखो भाई, दुनिया दी रख्या करनी, गरीब दी रख्या करनी, मजलूम दी रख्या करनी, जिस उत्ते जुल्म किया जा रहा होवे, इन्हां सारियां दी रख्या करनी तां सिख धर्म दा मुख नियम है। परोपकारी सतगुरु श्री गुरु तेग बहादुर साहब जी सिर्फ ते सिर्फ इस लई कुर्बानी करन गए तां कि औरंगजेब नूं हिंदुआं उत्ते जुल्म करन तो रोक सकण, ते भावें इस लई सतगुरु नूं अपना आपा भी कुर्बान करना पिया। अच्छा, हुण जो कुछ सतगुरु ने कीता उस दे बारे विच बचित्र नाटक विच इउं लिखिआ है, साधन हेत इति जिन करी, सीस दिया पर सी ना उचरी। ध्यान नाल सुनिया तुसीं, इत्थे लफज साधन हेत लिखिआ, भाव साधुआं अथवा संत जनां लई। हुण दसो कि साधु दा अर्थ हिंदू हुंदा है? वैसे सतगुरु दा तां सानूं उपदेश ही है कि तुसीं सदा ही दूजिਆਂ ਦੀ सहायता करो, और ਅਸੀਂ हिंदुस्तान ਦੀ ਰੱਖਿਆ ਕਰਨ ਲਈ ਜਾਂ ਉਸ ਵੇਲੇ ਜਦੋਂ ਮੌਕਾ ਸੀ ਕਿ ਹਿੰਦੂ ਧਰਮ ਦੀ ਰੱਖਿਆ ਕੀਤੀ ਜਾਂਦੀ, ਇਹ ਕੋਈ ਕਰਕੇ ਅਸੀਂ ਕੋਈ ਵੱਖਰਾ ਕੰਮ ਨਹੀਂ ਕੀਤਾ, ਬਲਕਿ ਗੁਰੂ ਦਾ ਹੁਕਮ ਹੀ ਜਾਣ ਕੇ ਅਸੀਂ ਸਿੱਖੀ ਨਿਯਮਾਂ ਮੁਤਾਬਕ ਆਪਣਾ ਜੀਵਨ ਜਿਉ ਰਹੇ ਹਾਂ। ਇਸ ਲਈ ਇਹੋ ਜਿਹੀ ਬੇਕਾਰ ਦੀ ਚਰਚਾ ਨਾਲੋਂ ਤਾਂ ਤੁਹਾਨੂੰ ਚੰਗੀ ਗੱਲ ਹੈ ਕਿ ਅਸੀਂ ਸਿੱਖ ਧਰਮ ਦੀਆਂ ਪੁਸਤਕਾਂ ਦਾ ਹਵਾਲਾ ਦੇ ਕੇ ਦੱਸ ਦਈਏ ਕਿ ਹਿੰਦੂ ਔਰ ਸਿੱਖਾਂ ਦਾ ਆਪਸੀ ਭੇਦ ਕੀ ਹੈ।